पॉइंट तो सोनी धरती पाकिस्तान प्रोग्राम के नाल मैं तुहाडा होस्ट चांद शकील। नाजरीन, इंसानी तारीख विच बहुत सारे ऐसे वाक़यात होए जिन्हां दा दुख सदियां बीत जान मगरों भी ताज़ा है। ऐसा ही एक वाक़या अज तो 100 साल पहले 13 अप्रैल 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਦੇ ਵਿੱਚ ਪੇਸ਼ ਆਇਆ, ਜਿੱਥੇ ਆਮ ਲੋਕਾਂ ਨੂੰ ਮੌਤ ਦੀ ਨੀਂਦਰ ਸੁਆ ਦਿੱਤਾ ਗਿਆ। ਆਖਰ ਕੀ ਵਜ੍ਹਾ ਬਣੀ ਕਿ ਅੰਗਰੇਜ਼ ਸਰਕਾਰ ਦੇ ਫੌਜੀ ਅਫਸਰ ਵੱਲੋਂ ਹੁਕਮ ਮਿਲਣ ਦੇ ਕੁਝ ਹੀ ਮਿੰਟਾਂ ਬਾਅਦ ਸੈਂਕੜੇ ਨਿਹੱਥੇ ਲੋਕਾਂ ਨੂੰ ਮੌਤ ਦੀ ਨੀਂਦਰ ਸੁਆ ਦਿੱਤਾ ਗਿਆ। ਇਸ ਵਾक़ੇ ਦੇ ਹਵਾਲੇ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਔਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਆਮਰ ਰਿਆਜ਼ ਸਾਹਿਬ। ਸਿਆਸਤ ਅਦਬ ਉੱਤੇ ਉਹਨਾਂ ਦੀ ਡੂੰਘੀ ਨਜ਼ਰ ਹੈ ਔਰ ਤੁਸੀਂ ਰੇਡੀਓ ਉੱਤੇ ਵੀ ਉਹਨਾਂ ਦੀ ਆਵਾਜ਼ ਸੁਣਦੇ ਹੋਵੋਗੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम जनाब अली सर। अल्लाह का शुक्र है, तुसी सुनाओ कैसी तबीयत? फर्स्ट क्लास। बड़ी मेहरबानी, तुसी टाइम दिता। नहीं ਤੁਹਾਡਾ ਵੀ ਬਹੁਤ ਸ਼ੁਕਰੀਆ। मैं ਤੇ सर अच्छा, अगर ਅਸੀਂ ਗੱਲ ਕਰੀਏ 13 ਅਪ੍ਰੈਲ 1919 ਦੀ, ਤਕਰੀਬਨ 100 ਸਾਲ ਹੋ ਗਏ ਇਸ ਵਾक़ੇ ਨੂੰ ਔਰ ਖੁਸ਼ੀ ਦਾ ਦਿਨ ਸੀ, ਵਿਸਾਖੀ ਦਾ ਦਿਨ ਸੀ ਔਰ ਉਸ ਦਿਨ ਇਕੱਠੇ ਹੋਣ ਵਾਲੇ ਲੋਕਾਂ ਨੂੰ ਜਿਹੜਾ ਹੈ ਔਰ ਕੁਝ ਹੀ ਮਿੰਟਾਂ ਦੇ ਵਿੱਚ ਜਿਹੜਾ ਮੌਤ ਦੀ ਨੀਂਦਰ ਸੁਆ ਦਿੱਤਾ ਗਿਆ। ਇਸ ਵਾक़ੇ ਦੇ ਹਵਾਲੇ ਨਾਲ ਕੀ ਕਹੋਗੇ? ਇਹਦਾ ਪਿਛੋਕੜ ਕੀ ਹੈ? ਲੋਕ ਇਕੱਠੇ ਕਿਸ ਮਕਸਦ ਲਈ ਹੋਏ ਸਨ? ਜ਼ਰਾ ਇਸ ਪਾਸੇ ਰੋਸ਼ਨੀ ਪਾਓ। ਦੇਖੋ, ਮੇਰਾ ਤੇ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਸੀ, ਵਿਸਾਖੀ ਦਾ ਮੇਲਾ ਮਨਾ ਰਹੇ ਸਨ। ਬਹੁਤ ਵੱਡਾ ਇੱਕ ਬਾਗ ਹੈਗਾ ਸੀ, ਉਹਦੇ ਲੋਕ ਜਿਹੜਾ ਮੇਲਾ ਮਨਾਉਣ ਆਏ, ਉਹਦੇ 'ਚੋਂ ਕੁਛ ਲੋਕ ਹੈਗੇ ਸਨ ਜਿਹੜੇ ਜਲਸਾ ਕਰ ਰਹੇ ਸਨ। ਯਾਨੀ ਸਾਦਤ ਹਸਨ ਮੰਟੋ ਨੇ ਆਪਣੇ ਅਫਸਾਨੇ ਦੇ ਵਿੱਚ ਲਿਖਿਆ ਕਿ 25 ਤੋਂ 30 ਹਜ਼ਾਰ ਦਾ ਮੇਲਾ ਹੈਗਾ ਸੀ, ਮਜਮਾ ਹੈਗਾ ਸੀ। 3 ਉਹਦੇ ਦਰਵਾਜ਼ੇ ਹੈਗੇ ਸਨ ਅਤੇ ਡਾਇਰ ਜਿਹੜਾ ਉੱਥੇ ਆਇਆ ਉਹ ਕਰਨਲ ਹੈਗਾ ਸੀ, ਲੇਕਿਨ ਉਹਨੂੰ ਬ੍ਰਿਗੇਡੀਅਰ ਦਾ ਇਜਾਜ਼ੀ ਅਹੁਦਾ ਮਿਲਿਆ ਹੋਇਆ ਸੀ। ਉਹ ਡਾਇਰ ਨੇ ਉੱਥੇ ਆ ਕੇ ਦੋਵੇਂ ਦਰਵਾਜ਼ੇ ਬੰਦ ਕਰਤੇ ਅਤੇ ਇੱਕ ਦਰਵਾਜ਼ੇ ਦੇ ਅੱਗੇ ਉਹਨੇ ਖੜਾ ਹੋ ਕੇ ਲਾ ਦਿੱਤਾ, ਕਿਉਂਕਿ ਉਸ ਤੋਂ ਪਹਿਲੇ 2 ਜਲੂਸ ਨਿਕਲ ਚੁੱਕੇ ਸਨ, 6 ਅਪ੍ਰੈਲ ਨੂੰ ਔਰ 10 ਅਪ੍ਰੈਲ ਨੂੰ। ਔਰ ਉਹ 10 ਅਪ੍ਰੈਲ ਦਾ ਜਿਹੜਾ ਜਲੂਸ ਹੈ ਉਹਦੇ 'ਚ ਕਾਫੀ ਵਾਇਲੈਂਸ ਹੋਇਆ ਔਰ ਵਾਇਲੈਂਸ ਜਿਹੜਾ ਹੈਗਾ ਉਹ ਖੁਦ ਅੰਗਰੇਜ਼ਾਂ ਨੇ ਸ਼ੁਰੂ ਕੀਤਾ। ਉਸ ਤੋਂ ਬਾਅਦ ਉਹ ਵਧਿਆ ਔਰ ਉਹਦੇ 'ਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਫੱਟਰ ਵੀ ਹੋਏ, ਗ੍ਰਿਫਤਾਰੀਆਂ ਵੀ ਹੋਈਆਂ, ਕਿਉਂਕਿ ਇਹਨਾਂ ਨੇ 2 ਜਿਹੜੇ ਸਿਆਸੀ ਲੀਡਰ ਸਨ ਉਸ ਵੇਲੇ, ਉਹ ਸਤਿਆਪਾਲ ਔਰ ਸੈਫੁਦੀਨ ਕਿਚਲੂ ਸਾਹਿਬ, ਉਹਨਾਂ ਦੋਵਾਂ ਨੂੰ ਇਹਨਾਂ ਨੇ DC ਆਫਿਸ ਬੁਲਾ ਕੇ ਗਾਇਬ ਕਰਤਾ ਸੀ, ਲਾਪਤਾ ਕਰਤਾ ਸੀ, ਲਾਪਤਾ ਹੋ ਗਏ ਸਨ। ਅਤੇ ਉਸ ਦੇ ਖਿਲਾਫ ਲੋਕਾਂ 'ਚ ਇੱਕ ਐਂਗਰ ਹੈਗਾ ਸੀ। 10 ਤਰੀਕ ਨੂੰ ਉਹਨਾਂ ਨੇ ਕਰਫਿਊ ਲਾਤਾ ਉੱਥੇ, ਲੇਕਿਨ ਐਕਚੁਅਲੀ ਜੋ ਕੁਛ ਹੋਇਆ ਉਸ ਦਿਨ ਉਹਦੇ ਪਿੱਛੇ ਇੱਕ ਮਾਈਂਡ ਸੈੱਟ ਹੈਗਾ, ਉਹਦੇ ਪਿੱਛੇ ਇੱਕ ਕਹਾਣੀ ਹੈਗੀ ਹੈ। ਉਹ ਕਹਾਣੀ ਸਾਡੇ ਕੋਲੋਂ ਲੁਕਾਈ ਜਾਂਦੀ ਹੈ। ਉਹ ਕਹਾਣੀ ਇਹ ਹੈਗੀ ਹੈ ਕਿ ਇੱਕ ਕਮੇਟੀ ਬਣਾਈ ਗਈ ਸੀ। ਉਹ ਕਮੇਟੀ ਦਸੰਬਰ 1917 ਦੇ ਵਿੱਚ ਬਣੀ ਸੀ। ਉਹਦਾ ਨਾਮ ਰੌਲਟ ਕਮੇਟੀ। ਰੌਲਟ ਕਮੇਟੀ ਜਿਹੜੀ ਹੈਗੀ ਹੈ, ਉਸ ਕਮੇਟੀ ਦੀ 280 ਸਫ਼ੇ ਹੈਗੇ ਨੇ। ਉਹ ਜੇ ਪੜ੍ਹੇ ਹੋਣ ਤਾਂ ਤੁਹਾਨੂੰ ਬੜੀ ਅੱਛੀ ਤਰ੍ਹਾਂ ਪਤਾ ਚੱਲ ਜਾਏਗਾ ਕਿ ਉਹ ਮਾਈਂਡ ਸੈੱਟ ਕੀ ਹੈਗਾ ਸੀ। ਉਹ ਮਾਈਂਡ ਸੈੱਟ ਇਹ ਹੈਗਾ ਸੀ ਕਿ ਜਿਹੜੇ ਲੋਕ ਸਿਆਸਤ ਕਰ ਰਹੇ ਨੇ ਔਰ ਜਿਹੜੇ ਲੋਕ ਜੁਰਮ ਕਰਦੇ ਨੇ ਉਹਨਾਂ ਨੂੰ ਮਿਲਾ ਦਿਓ, ਯਾਨੀ ਮੁਜਰਮ ਨੂੰ ਔਰ ਸਿਆਸੀ ਬੰਦੇ ਨੂੰ ਮਿਲਾ ਦਿਓ ਔਰ ਉਹਨੂੰ ਇੱਕੋ ਅੱਖ ਨਾਲ ਵੇਖੋ ਔਰ ਇੱਕੋ ਅੱਖ ਨਾਲ ਵੇਖੋ ਔਰ ਉਹਨੂੰ ਮਾਰੋ। ਯਾਨੀ ਜੋ ਤੁਸੀਂ ਮੁਜਰਮ ਨਾ ਕਰਦੇ ਹੋ ਉਹੀ ਫਿਰ ਸਿਆਸੀ ਬੰਦੇ ਨਾਲ ਕਰੋ। ਹੁਣ ਇਹ ਜਿਹੜਾ ਮਾਈਂਡ ਸੈੱਟ ਹੈਗਾ ਇਹ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਅੱਜ ਵੀ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਵਿੱਚ ਮੌਜੂਦ ਹੈਗਾ। ਹੁਣ ਇਸ ਦੇ ਕਮੇਟੀ ਦੀ ਰਿਪੋਰਟ ਦੇ ਉੱਤੇ ਉਹ ਲਾਅ ਬਣਿਆ ਸੀ, ਰੌਲਟ ਲਾਅ, ਜਿਹਦੇ ਖਿਲਾਫ ਲੋਕ ਐਕਚੁਅਲੀ ਇਹਤਜਾਜ ਕਰ ਰਹੇ ਸੀ। ਹਾਂ, ਔਰ ਉਸ ਇਹਤਜਾਜ ਦੇ ਵਿੱਚ ਹੀ ਉਹ ਜਲਿਆਂਵਾਲਾ ਬਾਗ ਦੇ ਵਿੱਚ ਇੱਕ ਜਲਸਾ ਕਰ ਰਹੇ ਸਨ ਅਤੇ ਡਾਇਰ ਆਇਆ ਔਰ ਉਹਨੇ 2 ਦਰਵਾਜ਼ੇ ਬੰਦ ਕਰਾਤੇ ਔਰ ਤੀਸਰੇ ਦੇ ਉੱਤੇ ਉਹਨੇ ਉੱਥੇ ਫੌਜੀਆਂ ਨੂੰ ਖਿਲਾਰ ਕੇ ਔਰ ਗੋਲੀਆਂ ਮਾਰੀਆਂ। ਸਰ ਆਖਰ ਵਜ੍ਹਾ ਕੀ ਬਣੀ ਕਿ ਕੁਝ ਹੀ ਮਿੰਟਾਂ 'ਚ ਉਹਨੂੰ ਫੈਸਲਾ ਕਰਨਾ ਪਿਆ ਔਰ ਕੁਝ ਲੋਕ, ਮੈਂ 1-2 ਜਗ੍ਹਾ 'ਤੇ ਪੜ੍ਹਿਆ ਕਿ ਕੁਝ ਸੈਕਿੰਡ ਦੇ ਵਿੱਚ ਹੀ ਉਹਨੇ ਫੈਸਲਾ ਲਿਆ ਕਿ ਫੌਰਨ ਜਿਹੜਾ ਇਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਜਾਏ। ਹਾਲਾਂਕਿ ਉਹ ਤੇ ਲੋਕ ਨਾ ਉਹਨਾਂ ਕੋਲ ਅਸਲਾ ਸੀ, ਨਾ ਕੋਈ ਲਾਠੀ ਸੀ, ਉਹ ਆਪਣੇ ਬਸ ਮੁਤਾਲਬੇ ਲਈ ਇੱਕ ਜਗ੍ਹਾ 'ਤੇ ਜਮ੍ਹਾਂ ਹੋਏ ਸੀ। ਆਖਰ ਵਜ੍ਹਾ ਕੀ ਬਣੀ ਕਿ ਉਹਨੂੰ ਫੌਰਨ ਇਸ ਚੀਜ਼ ਦਾ ਫੈਸਲਾ ਲੈਣਾ ਪਿਆ? ਦੇਖੋ, ਵਜ੍ਹਾ ਜਿਹੜੀ ਹੈਗੀ ਨਾ ਪਿੱਛੋਂ ਤਿਆਰ ਸੀ। ਜਿਹੜਾ ਆਖਰੀ ਵਾਕਿਆ ਹੁੰਦਾ ਹੈ ਉਹ ਤੇ ਉਹਦਾ ਇਜ਼ਹਾਰ ਹੁੰਦਾ ਹੈ। ਜਿਹੜੀ ਪਿੱਛੋਂ ਵਜ੍ਹਾ ਹੈਗੀ ਸੀ ਉਹ ਇਹ ਹੈਗੀ ਸੀ ਕਿ ਫਸਟ ਵਰਲਡ ਵਾਰ ਦੇ ਵਿੱਚ ਅੰਗਰੇਜ਼ਾਂ ਨੇ ਬੜੀ ਵੱਡੀ ਤਾਦਾਦ ਵਿੱਚ ਇੱਥੇ ਭਰਤੀਆਂ ਲਿੱਤੀਆਂ ਸਨ। ਉਹ ਭਰਤੀਆਂ ਜਿਨ੍ਹਾਂ ਨੇ ਕਰਾਈਆਂ ਸਨ, ਉਹ ਜਿਹੜੀ ਸਾਡੀ ਨਿੱਕੀ ਮੋਟੀ ਐਲੀਟ ਸੀ ਉਹ ਸਾਰੀ ਸ਼ਾਮਲ ਸੀ ਉਹਦੇ ਵਿੱਚ। ਉਹਨਾਂ ਭਰਤੀਆਂ ਸਮੇਤ ਮਹਾਤਮਾ ਗਾਂਧੀ ਨੂੰ 2 ਮੈਡਲ ਮਿਲੇ ਸਨ ਉਸ ਭਰਤੀਆਂ ਦੇ ਉੱਤੇ 1915 'ਚ। ਉਹ ਭਰਤੀਆਂ ਤਾਂ ਕਰਵਾ ਲਈਆਂ ਉਹਨਾਂ ਕੋਲੋਂ ਅਤੇ ਹੁਣ ਵਾਅਦਾ ਆਇਆ ਸੀ ਕਿ ਤੁਹਾਨੂੰ ਡੋਮੀਨੀਅਨ ਸਟੇਟਸ ਦਾਂਗੇ। ਅੱਛਾ, ਡੋਮੀਨੀਅਨਸ ਉਸ ਲਈ ਅੰਗਰੇਜ਼ਾਂ ਦੀਆਂ 5 ਕਲੋਨੀਆਂ ਸਨ, ਕੈਨੇਡਾ ਅਤੇ ਆਪਣਾ ਆਸਟ੍ਰੇਲੀਆ, ਫਿਰ ਨਿਊਜ਼ੀਲੈਂਡ ਔਰ ਸਾਊਥ ਅਫਰੀਕਾ ਔਰ 5ਵੀਂ ਇੰਡੀਆ।
ਚਾਰਾਂ ਨੂੰ ਉਹਨਾਂ ਨੇ ਡੋਮੀਨੀਅਨ ਸਟੇਟਸ ਦੇ ਦਿੱਤਾ, ਇੰਡੀਆ ਨੂੰ ਦੇਣ ਤੋਂ ਮੁੱਕਰ ਗਏ। ਫੌਜੀ ਵਾਪਸ ਆ ਰਹੇ ਸਨ, ਫਸਟ ਵਰਲਡ ਵਾਰ ਖਤਮ ਹੋ ਗਈ ਸੀ, ਫੌਜੀ ਜਦੋਂ ਵਾਪਸ ਆ ਰਹੇ ਸਨ, ਉਹ ਫੌਜੀ ਗਏ ਇਸ ਚੱਕਰ ਸਨ ਕਿ ਇਹ ਸਾਡੀ ਆਜ਼ਾਦੀਆਂ ਦੀ ਲੜਾਈ ਹੈਗੀ ਹੈ। ਉਹ ਫਸਟ ਵਰਲਡ ਵਾਰ ਨੂੰ ਆਪਣੀ ਆਜ਼ਾਦੀਆਂ ਦੀ ਲੜਾਈ ਕਰਕੇ ਚਲੇ ਗਏ ਸਨ। ਉਹਨਾਂ ਦੇ ਵਾਪਸ ਆ ਰਹੇ ਸਨ ਤੇ ਉਹਨਾਂ ਨੇ ਬਿਕਰਿੰਗ ਵੀ ਸ਼ੁਰੂ ਕਰਤੀ। ਹੁਣ ਇਹਨਾਂ ਨੂੰ ਡਰ ਹੈਗਾ ਸੀ ਕਿ ਲੋਕ ਜਿਹੜੇ ਹੈਗੇ ਨੇ ਉਹ ਬੋਲੇ, ਔਰ ਸਭ ਤੋਂ ਜ਼ਿਆਦਾ ਭਰਤੀ ਪੰਜਾਬ ਨੇ ਦਿੱਤੀ ਸੀ। ਹਾਂ, ਸਭ ਤੋਂ ਜ਼ਿਆਦਾ ਭਰਤੀ ਦਾ ਮਤਲਬ ਹੈਗਾ ਸੀ ਸਭ ਤੋਂ ਜ਼ਿਆਦਾ ਰਿਐਕਸ਼ਨ ਵੀ ਪੰਜਾਬ ਵਿੱਚ ਹੋਏਗਾ। ਤੇ ਫਿਰ ਉਹ ਰੋਇਲ ਕਮੇਟੀ ਰਿਪੋਰਟ ਦੇ ਵਿੱਚ ਐਕਚੁਅਲੀ ਪੰਜਾਬ ਦੇ ਮੁਤਲਕ ਕਿਹਾ ਵੀ ਗਿਆ, ਔਰ ਇਹ ਵੀ ਕਿਹਾ ਗਿਆ ਕਿ ਇਹ ਜਰਮਨਾਂ ਦੀ ਔਰ ਰੂਸੀਆਂ ਦੀ ਮਦਦ ਇਹਨਾਂ ਨੂੰ ਮਿਲ ਗਈ ਹੈ, ਔਰ ਪੰਜਾਬ ਜਿਹੜਾ ਹੈਗਾ ਉਹ ਪਿੜ ਗਿਆ, ਔਰ ਉੱਥੇ ਸਾਡੇ ਖਿਲਾਫ ਮੋਰਚਾ ਲੱਗਣਾ ਹੈ, ਔਰ ਸਾਨੂੰ ਅਫਗਾਨਿਸਤਾਨ ਤੋਂ ਸਾਡੇ ਤੇ ਹਮਲਾ ਹੋਏਗਾ, ਔਰ ਸਾਡੇ ਤੇ ਕਬਜ਼ਾ ਕਰ ਲਿਆ ਜਾਏਗਾ। ਉਹ ਜਿਹੜਾ ਡਾਇਰ ਹੈਗਾ ਉਹਨੂੰ ਉਹਨਾਂ ਨੇ ਇਹ ਕੁਝ ਸਮਝਾ ਕੇ ਭੇਜਿਆ ਹੋਏਗਾ ਕਿ ਇਹ ਤੇਰਾ ਨੈਸ਼ਨਲ ਇੰਟਰਸਟ ਹੈ। ਹਾਂ, ਜਿਹਨੂੰ ਉਹਨੇ save ਤਾਦੀ ਕਰ। ਜਿਹੜੀ ਉਹਨੇ ਇੰਨਾ ਜ਼ੁਲਮ ਕੀਤਾ ਉਹਦੇ ਪਿੱਛੇ ਉਹ ਕਹਾਣੀ ਹੈ। ਸਾਨੂੰ ਉਸ ਕਹਾਣੀ ਨੂੰ ਐਕਸਪਲੋਰ ਕਰਨਾ ਹੈ, ਇਹ ਦੇਖਣਾ ਹੈ ਕਿ ਉਹ ਕਮੇਟੀ ਨੇ ਕੀ ਕਿਹਾ ਸੀ। ਜਦੋਂ ਤੱਕ ਅਸੀਂ ਉਹਨੂੰ ਨਹੀਂ ਲੱਭਾਂਗੇ ਉਸ ਵੇਲੇ ਤੱਕ ਸਾਨੂੰ, ਕਿਉਂਕਿ ਉਹ ਮਾਈਂਡਸੈਟ ਜਿਹੜਾ ਹੈ ਉਹ ਅੱਜ ਵੀ ਸਾਡੇ ਅੰਦਰ ਮੌਜੂਦ ਹੈਗਾ ਕਿ ਅਸੀਂ ਕਿਸ ਤਰ੍ਹਾਂ ਸਿਆਸੀ ਲੋਕਾਂ ਨੂੰ ਜਿਨ੍ਹਾਂ ਦੇ ਨਾਲ ਸਾਡਾ ਥੋੜ੍ਹਾ ਜਿਹਾ ਇਖਤਲਾਫ ਹੁੰਦਾ ਹੈ, ਉਹਨਾਂ ਨੂੰ ਅਸੀਂ ਦੁਸ਼ਮਣ ਡਿਕਲੇਅਰ ਕਰ ਦਿੰਦੇ ਹਾਂ, ਉਹਨਾਂ ਨੂੰ ਅਸੀਂ ਗੱਦਾਰ ਡਿਕਲੇਅਰ ਕਰ ਦਿੰਦੇ ਹਾਂ, ਔਰ ਫਿਰ ਉਹਨਾਂ ਨੂੰ ਮਾਰਨੇ ਹੈ, ਫਿਰ ਉਹਨਾਂ 'ਤੇ ਮੁਕੱਦਮੇ ਬਣਾਉਣੇ ਹੈ। ਇਹ ਸਾਰਾ ਮਾਈਂਡਸੈਟ ਜਲਿਆਂਵਾਲਾ ਬਾਗ ਤੋਂ ਸਾਨੂੰ ਪੁਸ਼ਤਾਂ ਤੋਂ ਮਿਲ ਰਿਹਾ ਹੈ, ਮਿਲਦਾ ਹੈ, ਜੋ ਕਿ ਅੱਜ ਵੀ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਮੌਜੂਦ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਮੌਜੂਦ ਹੈਗਾ। ਪਾਕਿਸਤਾਨ 'ਚ, ਇੰਡੀਆ 'ਚ, ਬੰਗਲਾਦੇਸ਼ 'ਚ ਤੁਹਾਨੂੰ ਨਜ਼ਰ ਆਏਗਾ ਕਿ ਇੱਕ ਪੂਰੀ ਮਤਲਬ ਇੱਕ ਸਿਲਸਿਲਾ ਹੈਗਾ ਜਿਹੜੇ ਖੁਦ ਨੂੰ ਉਹ ਮਾਲਕ ਸਮਝਦੇ ਨੇ ਔਰ ਬਾਕੀਆਂ ਨੂੰ ਸ਼ੂਦਰ ਸਮਝਦੇ ਨੇ, ਕਮਤਰ ਸਮਝਦੇ। ਅੱਛਾ ਸਰ, ਇਹ ਜਿਹੜਾ ਇਸ ਤੋਂ ਪਹਿਲੇ ਵੀ ਜ਼ਾਰੀ ਗੱਲ ਹੈ ਕਿ ਉਹ ਲੋਕ ਇਕੱਠੇ ਹੋਏ ਹੋਣੇ, ਇਹ ਜਿਹੜਾ ਵਾਕਿਆ ਹੋਇਆ 13 ਅਪ੍ਰੈਲ ਨੂੰ ਖਾਸ ਕਰਕੇ, ਤੇ ਇਸ ਤੋਂ ਪਹਿਲੇ ਲੋਕਾਂ ਦੇ ਕੁਝ ਇਕੱਠ ਜਿਹੜੇ ਹੁੰਦੇ ਸਨ ਉਸ ਬਾਰੇ ਥੋੜੀ ਜਿਹੀ ਰੋਸ਼ਨੀ ਪਾਣਾ। ਦੇਖੋ, ਅਸਲ ਦੇ ਵਿੱਚ ਜਿਹੜੀ ਸਭ ਤੋਂ ਅਹਿਮ ਗੱਲ ਹੈਗੀ ਸੀ ਉਹ ਹੈਗੀ ਸੀ ਕਿ ਜਿਹੜਾ ਜਲਿਆਂਵਾਲਾ ਦਾ ਦੇਣ ਹੈਗਾ, ਜਿਹੜਾ ਅਸੀਂ ਸਾਡੇ 'ਚ ਕੋਈ ਵੀ ਨਹੀਂ ਦੇ ਸਕਦਾ, ਪੂਰੇ ਸਾਊਥ ਏਸ਼ੀਆ ਦੇ ਅੰਦਰ ਇੱਕ ਜਾਗਰਤੀ ਦੀ ਲਹਿਰ ਪੈਦਾ ਕੀਤੀ ਹੈ। ਜਲਿਆਂਵਾਲਾ ਬਾਗ ਦੇ ਵਾਕਿਏ ਨੇ ਉਹਨਾਂ ਨੇ ਆਪਣੇ ਨੂੰ ਲੋਕਾਂ ਨੂੰ ਡਰਾਉਣ ਵਾਸਤੇ ਬਣਾਇਆ। ਲੋਕ ਡਰੇ ਨਹੀਂ, ਬਲਕਿ ਉਲਟਾ ਹੋਇਆ ਕਿ ਮੁਸਲਿਮ ਲੀਗ, ਕਾਂਗਰਸ ਉਸ ਵੇਲੇ ਕਲੱਬ ਪੋਲਿਟਿਕਸ ਕਰਦੇ ਸਨ। ਇਹ ਤੇ ਡਰਾਇੰਗ ਰੂਮ 'ਚ ਬਹਿ ਕੇ ਫੈਸਲੇ ਕਰਦੇ ਸਨ। ਕੋਈ ਲਖਨਊ ਬੈਕ ਕਰ ਲਿਆ, ਕੋਈ ਕੁਛ ਕਰ ਲਿਆ, ਚੁੱਪ ਕਰਕੇ ਅੰਦਰ ਬੈਠ ਕੇ ਚੰਦ ਲੋਕ ਫੈਸਲੇ ਕਰਦੇ ਸਨ। ਅਵਾਮੀ ਲਹਿਰਾਂ ਵਾਲੀ ਗੱਲ ਟੁਰ ਪਈ। ਜਿਹੜੀ ਅਵਾਮੀ ਲਹਿਰਾਂ ਜਿਹੜੀ ਸ਼ੁਰੂ ਹੋਈਆਂ ਇਹ ਖਿਲਾਫਤ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਦੇਖੋ ਜਿੰਨੀਆਂ ਲਹਿਰਾਂ ਆਈਆਂ ਨੇ ਉਹ ਜਲਿਆਂਵਾਲਾ ਬਾਗ ਤੋਂ ਸੂਲ ਲੈ ਕੇ ਨਿਕਲੀਆਂ, ਔਰ ਉਹ ਬਹੁਤ ਵੱਡਾ ਇਵੈਂਟ ਹੈਗਾ ਸੀ। ਔਰ ਤੁਸੀਂ ਦੇਖੋ ਕਿ ਉਸ ਵਾਕਿਏ ਦੇ ਬਾਅਦ ਮਾਰਸ਼ਲ ਲਾਅ ਲਾਤਾ ਇਹਨਾਂ ਨੇ। ਉਸ ਮਾਰਸ਼ਲ ਲਾਅ ਜੈਸੇ ਹੀ ਖਤਮ ਹੋਇਆ ਪ੍ਰੈਸ ਤੇ ਪਾਬੰਦੀ ਲਾਤੀ। ਇਹ ਸਾਰੀ ਹਰਕਤਾਂ ਜਿਹੜੀਆਂ ਅੱਜ ਸਾਡੀ ਰਿਆਸਤਾਂ ਕਰਦੀਆਂ ਨੇ ਸਾਰੀਆਂ ਉੱਥੋਂ ਸ਼ੁਰੂ ਹੋਈਆਂ ਨੇ। ਤੇ ਉਹਦਾ ਜਦੋਂ ਮਾਰਸ਼ਲ ਲਾਅ ਚੁੱਕਿਆ ਤੇ ਟੈਗੋਰ ਨੂੰ ਪਤਾ ਚੱਲਿਆ, ਰਵਿੰਦਰਨਾਥ ਟੈਗੋਰ ਨੂੰ, ਉਹਨੇ ਅਗਲੇ ਦਿਨ ਜਿਹੜਾ ਹੈਗਾ ਆਪਣਾ ਨਾਈਟਹੁੱਡ ਵਾਪਸ ਕੀਤਾ। ਹਾਲਾਂਕਿ ਉਸਲੇ ਮਹਾਤਮਾ ਗਾਂਧੀ ਦੇ ਕੋਲ ਤੇ 3 ਮਾਡਲ ਹੈਗੇ ਸਨ, ਉਹਨਾਂ ਇੱਕ ਵੀ ਵਾਪਸ ਨਹੀਂ ਕੀਤਾ। ਬਲਕਿ 18 ਤਾਰੀਖ ਨੂੰ ਉਹਨਾਂ ਨੇ ਲਿਖਿਆ ਆਪਣੇ ਹਰੀਜਨ ਅਖਬਾਰ ਵਿੱਚ ਕਿ ਜਨਾਬ ਇਹਨਾਂ ਨੇ ਕੰਧ ਤੇ ਗੋਲੀਆਂ ਖਾਧੀਆਂ ਨੇ, ਇਸ ਵਾਸਤੇ ਇਹ ਸ਼ਹੀਦ ਨਹੀਂ ਹੈਗੇ। ਔਰ ਸਾਡੇ ਕੋਲ ਐਸੇ ਵਾਕਿਆਤ ਵੀ ਹੈਗੇ ਨੇ ਕਿ ਸਾਡੇ ਇੱਥੇ ਲੋਕਾਂ ਨੇ ਉਸ ਤੋਂ ਬਾਅਦ ਮਾਈਕਲ ਐਡਵਾਇਰ ਨੂੰ ਸਪਾਸਨਾਮੇ ਪੇਸ਼ ਕੀਤੇ। ਸਿੱਖਾਂ ਦੇ ਵਿੱਚ ਉਹ ਜਿਹੜਾ ਹੈਗਾ ਸੀ ਆਪਣਾ ਮਜੀਠੀਆ ਸਾਹਿਬ, ਉਹਨਾਂ ਨੇ ਉਹਨੂੰ ਜਾ ਕੇ ਜਿਹੜਾ ਹੈਗਾ ਨਾ ਉਹ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਨੇ ਕਿਹਾ ਮੈਂ ਸਿਗਾਰ ਪੀਣਾ ਹੈਗਾ, ਉਹਨੇ ਕਿਹਾ ਕੋਈ ਨਹੀਂ, ਫਿਰ ਵੀ ਤੂੰ ਸਿੱਖ ਬਣ ਜਾ। ਯਾਨੀ ਉਹਦੀ ਚਾਪਲੂਸੀ ਕਰਨ ਵਾਲੇ ਵੀ ਬਹੁਤ ਹੈਗੇ ਸਨ। ਸਾਨੂੰ ਅੱਜ ਇਹ ਦੇਖਣਾ ਪਏਗਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਜ਼ੁਲਮ ਹੁੰਦਾ ਤੇ ਕਿਹੜੇ ਲੋਕ ਹੈਗੇ ਨੇ ਔਰ ਉਹਨਾਂ ਨੇ ਉਸ ਲਈ ਕੀ ਕਿਰਦਾਰ ਅਦਾ ਕੀਤਾ। ਦੇਖੋ ਨਾ, ਹੁਣ ਜਿਹੜੀ ਲੈਜਿਸਲੇਟਿਵ ਕੌਂਸਲ ਸੀ ਉੱਥੋਂ ਮੁਹੰਮਦ ਅਲੀ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ। ਇਹ ਇੱਕ ਅੱਛੀ, ਔਰ ਉਹਨਾਂ ਅਸਤੀਫੇ ਦੇ ਵਿੱਚ ਲਿਖਿਆ ਕਿ ਇਸ ਕਾਨੂੰਨ, ਕਾਲੇ ਕਾਨੂੰਨ ਦੇ ਨਾਲ ਤੂਫਾਨ ਮਿਚ ਜਾਏਗਾ, ਔਰ ਉਹ ਮਿਚਿਆ ਫਿਰ ਬਾਅਦ ਦੇ ਵਿੱਚ। ਸਹੀ। ਤੇ ਸਰ ਤੁਹਾਡਾ ਕੀ ਖਿਆਲ ਹੈ, ਅੱਜ ਅਗਰ 100 ਸਾਲ ਹੋ ਗਏ ਇਸ ਵਾਕਿਏ ਨੂੰ, ਜਿਹੜੀ ਅੰਗਰੇਜ਼ ਹਕੂਮਤ ਤੇ ਇੰਗਲੈਂਡ ਵਾਲੇ, ਉਹਨਾਂ ਨੂੰ ਇਸ ਚੀਜ਼ ਤੇ ਮਾਫੀ ਮੰਗਣੀ ਚਾਹੀਦੀ ਕਿ ਨਹੀਂ ਜੋ ਉਹਨਾਂ ਨੇ ਕੀਤਾ? ਦੇਖੋ ਜੀ, ਗੱਲ ਹੈਗੀ ਹੈ ਕਿ ਅਸੀਂ ਤੇ ਜਿਹੜੀ ਰੋਇਲ ਕਮੇਟੀ ਹੈਗੀ ਹੈ, ਤੁਹਾਨੂੰ ਪਤਾ ਉਹਦੀ 46 ਮੀਟਿੰਗਾਂ ਹੋਈਆਂ ਸਨ, 46। ਅੱਛਾ। ਔਰ ਇਨ ਕੈਮਰਾ ਸਨ। ਇਨ ਕੈਮਰਾ ਦਾ ਮਤਲਬ ਹੈਗਾ ਅੱਜ ਵੀ ਉਹ ਕਿੱਥੇ ਮਹਿਫੂਜ਼ ਹੈਗੀਆਂ ਨੇ। ਮਾਫੀਆ ਨਾਲ ਕੁਝ ਨਹੀਂ ਹੋਣਾ, ਮੰਗ ਲੈ। ਲੇਕਿਨ ਸਾਡੇ ਵਾਸਤੇ ਅਹਿਮ ਗੱਲ ਹੈਗੀ ਹੈ ਕਿ ਉਸ ਦੀ ਇਨ ਕੈਮਰਾ ਜਿਹੜੀ ਪ੍ਰੋਸੀਡਿੰਗ ਨੇ ਉਹ ਲੈ ਕੇ ਆਓ ਸਾਹਮਣੇ। ਉਹ ਜਿਸ ਦਿਨ ਸਾਨੂੰ ਸਮਝ ਆਏਗੀ ਫਿਰ ਸਾਨੂੰ ਪਤਾ ਚੱਲੇਗਾ ਕਿ ਇਹਨਾਂ ਨੇ ਕਿਸ ਤਰ੍ਹਾਂ ਇੱਕ ਨਾਇਨਸਾਫੀ ਔਰ ਸਿਕਿਉਰਿਟੀ ਦਾ ਘੁਮਾ ਬਣਾ ਕੇ ਲੋਕਾਂ 'ਤੇ ਜ਼ੁਲਮ ਕੀਤਾ। ਜਦੋਂ ਤੱਕ ਅਸੀਂ ਉਸ ਮਾਈਂਡਸੈਟ ਨੂੰ ਹਿੱਟ ਨਹੀਂ ਕਰਾਂਗੇ ਨਾ, ਉਸ ਵੇਲੇ ਤੱਕ ਕੁਝ ਨਹੀਂ ਹੋ ਸਕਦਾ।
ਮਾਫੀ ਮੈਂ ਤਾਂ ਕਹਿੰਦਾ ਮਾਫੀ ਮੰਗ ਵੀ ਲੈਣਗੇ। ਤੇ ਜਦੋਂ ਤੱਕ ਦੇਖੋ ਉਸ ਅਸੈਂਬਲੀ ਨੇ ਜਦੋਂ ਡਾਇਰ ਵਾਪਸ ਗਿਆ, ਉਹ ਅਸੈਂਬਲੀ ਦੇ ਵਿੱਚ ਇੱਕ ਪਹਿਲੇ ਤਾਂ ਉਹਨਾਂ ਦਾ ਮੀਡੀਆ ਸੀ ਮਾਰਨਿੰਗ ਨਿਊਜ਼, ਜਿਹਨੇ ਇੱਕ ਫੰਡ ਕਾਇਮ ਕੀਤਾ ਕਿ ਡਾਇਰ ਨਾਲ ਬੜੀ ਜ਼ਿਆਦਤੀ ਹੋ ਗਈ, ਕਿਉਂਕਿ ਅੰਗਰੇਜ਼ਾਂ ਦੀ ਬਣਾਈ ਕਮੇਟੀ ਨੇ ਵੀ ਡਾਇਰ ਨੂੰ ਮੁਜਰਮ ਕਰਾਰ ਦਿੱਤਾ ਸੀ ਔਰ ਉਹਨੂੰ ਡਿਮੋਟ ਕਰਤਾ ਸੀ। ਤੇ ਉਹ ਜਦੋਂ ਉਸ ਕਮੇਟੀ ਨੇ ਜਿਹੜਾ ਹੈਗਾ ਉਹਨੂੰ ਵਾਪਸ ਭੇਜਿਆ ਤੇ ਉਹਦੇ ਹੱਕ 'ਚ ਉਹਨਾਂ ਨੇ ਉੱਥੇ ਬਕਾਇਦਾ ਮੁਹਿੰਮ ਚਲਾਈ। ਮਾਰਨਿੰਗ ਨਿਊਜ਼ ਨੇ ਫੰਡ ਇਕੱਠਾ ਕੀਤਾ ਕਿ ਇਹਨਾਂ ਬੜੀ ਜ਼ਿਆਦਤੀ ਹੋ ਗਈ, ਤੇ ਫਿਰ ਪੈਸੇ ਇਕੱਠੇ ਕਰੋ। ਔਰ ਫੰਡ ਦੇਣ ਵਾਲਿਆਂ ਦੇ ਵਿੱਚ ਰੁਡਰੀਆਰ ਕਿਪਲਿੰਗ ਜਿਹੇ ਲੋਕ ਸ਼ਾਮਲ ਹੈਗੇ ਸਨ, ਜਿਨ੍ਹਾਂ ਨੂੰ ਅਸੀਂ ਵੀ ਹਾਲੇ ਵੀ ਮਿਊਜ਼ੀਅਮ ਦੇ ਬਾਹਰ ਸਜਾਇਆ ਹੈ। ਤੇ ਜਦੋਂ ਤੱਕ ਅਸੀਂ ਉਹਨਾਂ ਲੋਕਾਂ ਦੀ ਫਹਿਰਿਸਤ ਨਹੀਂ ਬਣਾਵਾਂਗੇ, ਅਸੀਂ ਤੇ ਆਪਣੇ ਲੋਕਾਂ ਕੋਲੋਂ ਮਾਫੀ ਨਹੀਂ ਮੰਗਾ ਸਕੇ। ਸਾਡੇ ਅੱਜ ਵਜ਼ੀਰ ਨਹੀਂ ਹੈਗੇ ਜਿਹੜੇ ਉਹਨਾਂ ਦੇ ਦਾਦੇ ਜਿਹੜੇ ਹੈਗੇ ਨੇ ਉੱਥੇ ਪੇਸ਼ ਹੋ ਰਹੇ ਸਨ, ਔਰ ਮਾਈਕਲ ਐਡਵਾਇਰ ਦੇ ਕੋਲ ਹੈਗੇ ਸਨ, ਅੱਜ ਵੀ ਵਜ਼ਾਰਤਾਂ 'ਚ ਬੈਠੇ ਹੋਏ ਨੇ। ਤੇ ਅਸੀਂ ਤੇ ਉਹਨਾਂ ਕੋਲੋਂ ਮਾਫੀ ਨਹੀਂ, ਉਹਨਾਂ ਨੂੰ ਕਹੋ ਨਾ ਮਾਫੀ ਮੰਗਣ, ਪਹਿਲੇ ਘਰੋਂ ਗੱਲ ਸ਼ੁਰੂ ਕਰੋ। ਉਹਨਾਂ ਨੂੰ ਵੀ ਕਹੋ, ਲੇਕਿਨ ਉਹਨਾਂ ਨੂੰ ਵੀ ਕਹੋ ਨਾ ਜਿਹੜੇ ਮਜੀਠੀਆ ਸਾਹਿਬ ਜਿਹੜੇ ਹੈਗੇ ਨੇ, ਜਿਨ੍ਹਾਂ ਨੇ ਉਹਨਾਂ ਨੂੰ ਸਰੂਪਾ ਪਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਵੀ ਕਹੋ। ਗੱਲ ਤੇ ਉੱਥੋਂ ਸ਼ੁਰੂ ਕਰੋ, ਆਪਣੇ ਘਰੋਂ ਸ਼ੁਰੂ ਕਰਨੀ, ਆਪਣੇ ਘਰੋਂ ਸ਼ੁਰੂ ਕਰੋ, ਫਿਰ ਗੱਲ ਅੱਗੇ ਵਧੇਗੀ। ਤੇ ਅੱਛਾ ਸਰ, ਇਸ ਮਾਈਂਡਸੈਟ ਨੂੰ ਜਿਹੜਾ ਜਨਰਲ ਡਾਇਰ ਦਾ ਜਿਹੜਾ ਮਾਈਂਡਸੈਟ ਹੈ ਉਹਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ? ਕਿਉਂਕਿ ਉਹ ਮਾਈਂਡਸੈਟ ਤੇ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਕਿ ਉਹ ਅੱਜ ਵੀ ਮੌਜੂਦ ਹੈ ਕਿਸੇ ਨਾ ਕਿਸੇ ਸੂਰਤ ਦੇ ਵਿੱਚ, ਜਿਹੜਾ ਉਹ ਆਪਣਾ ਰੰਗ ਵਿਖਾਉਂਦਾ ਰਹਿੰਦਾ ਹੈ। ਆਖਰ ਇਸ ਮਾਈਂਡਸੈਟ ਨੂੰ ਜਿਹੜਾ ਹੈ ਉਹ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ? ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੀ ਸੋਚ ਹੈ ਇਸ ਤਰ੍ਹਾਂ ਦੀ, ਦੇਖੋ ਉਹ ਮਾਈਂਡਸੈਟ ਇਹ ਹੈਗਾ ਕਿ ਕੁਝ ਲੋਕ ਹੈਗੇ ਨੇ, ਉਹ ਲੋਕ ਹੀ ਫੈਸਲਾ ਕਰਨਗੇ, ਉਹਨਾਂ ਨੂੰ ਹੀ ਸਭ ਕੁਝ ਪਤਾ ਹੈ, ਨੈਸ਼ਨਲ ਇੰਟਰਸਟ ਹਰ ਚੀਜ਼ ਉਹਨਾਂ ਨੂੰ ਪਤਾ ਹੈ। ਤੁਸੀਂ ਦੇਖੋ ਇੰਡੀਆ 'ਚ ਉਹਨਾਂ ਨੇ ਕਿਸ ਤਰ੍ਹਾਂ ਮੋਦੀ ਨੂੰ ਉੱਤੇ ਲਏ ਨੇ, ਕਾਂਗਰਸ ਜੈਸੀ ਜਮਾਤ ਨੂੰ ਜ਼ਲੀਲ ਕਰਕੇ ਰੱਖਤਾ ਉਹਨਾਂ ਨੇ। ਕਿੰਨੀ ਵੱਡੀ ਜਮਾਤ ਹੁੰਦੀ ਸੀ, ਲੇਕਿਨ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਮਰੀਕਾ ਦੇ ਨਾਲ ਜਾਣਾ ਹੈ, ਤੇ ਉਸ ਤੋਂ ਬਾਅਦ ਉਹਨਾਂ ਨੇ ਮੋਦੀ ਵਰਗੀ ਤਾਕਤਾਂ ਉੱਥੇ ਲੈ ਆਏ ਔਰ ਕਾਂਗਰਸ ਨੂੰ ਦੱਸਿਆ ਤੇ ਤੂੰ ਹੀ ਸਾਡੀ ਵਜ੍ਹਾ ਤੋਂ ਹੋਏਗੀ। ਹੁਣ ਕਿਉਂਕਿ ਅਸੀਂ ਫੈਸਲੇ ਲੋਕਾਂ ਦੇ ਸਾਹਮਣੇ ਨਹੀਂ ਕਰਦੇ। ਜਦੋਂ ਤੱਕ ਅਸੀਂ ਡਰਾਇੰਗ ਰੂਮਾਂ 'ਚ ਫੈਸਲੇ ਹੋਣਗੇ, ਉਸ ਵੇਲੇ ਤੱਕ ਜਲਿਆਂਵਾਲਾ ਬਾਗ ਦਾ ਮਾਈਂਡਸੈਟ ਮੌਜੂਦ ਹੈਗਾ। ਟਾਰਗੇਟ ਕਿਲਿੰਗ ਵੀ ਹੋਏਗੀ, ਲਾਪਤਾ ਵੀ ਲੋਕ ਹੋਣਗੇ, ਹਰ ਕੰਮ ਜਿਹੜਾ ਹੈਗਾ ਨਾ ਇਹ ਸਾਰਾ ਜੁੜਿਆ ਹੋਇਆ ਤੁਹਾਡੀ ਡੈਮੋਕ੍ਰੈਟਿਕ ਟ੍ਰੈਡੀਸ਼ਨ ਦੇ ਨਾਲ। ਔਰ ਜਦੋਂ ਤੱਕ ਉਹ ਮੌਜੂਦ ਹੈਗਾ ਜਲਿਆਂਵਾਲਾ ਦਾ ਮਾਈਂਡਸੈਟ, ਉਸ ਵੇਲੇ ਤੱਕ ਡੈਮੋਕ੍ਰੈਟਿਕ ਟ੍ਰੈਡੀਸ਼ਨ ਅੱਗੇ ਨਹੀਂ ਜਾ ਸਕਦੀਆਂ। ਬਿਲਕੁਲ ਸਾਨੂੰ ਐਕਚੁਅਲੀ ਇਸ ਜਲਿਆਂਵਾਲਾ ਦੇ ਮਾਈਂਡਸੈਟ ਤੋਂ ਅੱਗੇ ਇਹਨੂੰ ਤੋੜਨਾ ਹੈਗਾ, ਫਿਰ ਜਾ ਕੇ ਗੱਲ ਅੱਗੇ ਨਿਕਲਾਂਗੇ। ਸਰ ਬਹੁਤ ਸ਼ੁਕਰੀਆ, ਕੁਝ ਟਾਈਮ ਦੀ ਸਾਡੇ ਕੋਲ ਕਮੀ, ਮਿਹਰਬਾਨੀ। ਨਾਜ਼ਰੀਨ, ਜਿਸ ਤਰ੍ਹਾਂ ਕਿ ਤੁਸੀਂ ਆਮਿਰ ਸਾਹਿਬ ਦੀ ਗੱਲ ਸੁਣੀ, ਉਹਨਾਂ ਨੇ ਬਹੁਤ ਸੋਹਣੀ ਗੱਲਬਾਤ ਕੀਤੀ ਕਿ ਇਹ ਮਾਈਂਡਸੈਟ ਜਿਹੜਾ ਉਹ ਅੱਜ ਵੀ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਸਾਡੇ ਵਿੱਚ ਮੌਜੂਦ ਹੈ। ਇਸ ਨੂੰ ਖਤਮ ਕਰਨਾ ਪਏਗਾ, ਫਿਰ ਹੀ ਅਸੀਂ ਅੱਗੇ ਵੱਧ ਸਕਦੇ। ਔਰ ਅਸੀਂ ਆਸ ਕਰਨੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਏਗਾ। ਔਰ ਨਾਜ਼ਰੀਨ, ਖਾਸ ਤੌਰ ਤੇ ਕੁਝ ਦਿਨ ਪਹਿਲੇ ਮੇਰੀ ਜਿਸ ਤਰ੍ਹਾਂ ਕਿ ਬਰਥਡੇ ਸੀ, ਬਹੁਤ ਸ਼ੁਕਰੀਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੁਹੱਬਤ ਦਾ ਇਜ਼ਹਾਰ ਕੀਤਾ, ਵਿਸ਼ ਕੀਤਾ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ।